ਕਸ਼ਮੀਰੀ ਬ੍ਰਾਹਮਣਾਂ ਦਾ ਵਫਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ 25 ਮਈ 1675। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਅਰਸੇ ਤੋਂ ਸਰਹੰਦ ਦੇ ਨਕਸ਼ਬੰਦੀ ਸਿਲਸਿਲਾ ਦੇ ਸ਼ੇਖ ਅਹਿਮਦ ਸਰਹੰਦੀ ਦੇ ਗੱਦੀਦਾਰਾਂ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼ ਵਿਚਾਰਧਾਰਕ ਨਜ਼ਰੀਏ ਨੂੰ ਅਪਣਾ ਕੇ ਸਾਰੇ ਭਾਰਤ ਅੰਦਰ ਮੁਸਲਮਾਨੀ ਰਾਜ ਅਤੇ ਮੁਸਲਮਾਨੀ ਮਤ ਦਾ ਬੋਲਬਾਲਾ ਕਰਨਾ ਚਾਹੁੰਦਾ ਸੀ। ਇਸ ਮਨੋਰਥ ਦੀ ਪੂਰਤੀ ਲਈ ਉਸ ਨੇ ਬਹੁਤ ਤੰਗ-ਦਿਲ, ਕੱਟੜ ਅਤੇ ਜਨੂਨੀ ਰਸਤਾ ਅਖਤਿਆਰ ਕਰ ਰੱਖਿਆ ਸੀ। ਉਸ ਨੇ ਮੁਲਕ ਦੇ ਅੱਡ-ਅੱਡ ਹਿੱਸਿਆਂ ਨੂੰ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਮੁਸਲਮਾਨੀ ਮਤ ਦੇ ਪ੍ਰਭਾਵ ਹੇਠ ਲਿਆਉਣ ਦਾ ਯਤਨ ਕੀਤਾ। ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਸਾਮ, ਦਾਮ, ਦੰਡ ਭੇਦ ਸਾਰੀਆਂ ਨੀਤੀਆਂ ਦੀ ਭਰਪੂਰ ਵਰਤੋਂ ਕੀਤੀ। ਹਿੰਦੂ ਜਨਤਾ ਉੱਤੇ ਜਜ਼ੀਆ ਆਦਿ ਲੱਕ ਤੋੜੂ ਟੈਕਸ ਲਗਾਏ, ਧੱਕਾ ਅਤੇ ਅਤਿਆਚਾਰ ਕਰ ਕਰਕੇ ਗੈਰ ਮੁਸਲਮਾਨਾਂ, ਖਾਸ ਕਰਕੇ ਹਿੰਦੂਆਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰ ਦਿੱਤਾ। ਔਰੰਗਜ਼ੇਬ ਨੇ ਇੱਕ ਖਾਸ ਮਨਸੂਬੇ ਤਹਿਤ ਸਤੰਬਰ 1671 ਨੂੰ ਆਪਣੇ ਵਰਗੇ ਹੀ ਇੱਕ ਤੰਗ-ਦਿਲ, ਕੱਟੜ, ਜਨੂਨੀ ਅਤੇ ਅਤਿਆਚਾਰੀ ਸੁਭਾਅ ਵਾਲੇ ਇਫਤਿਖਾਰ ਖਾਂ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ, ਜੋ ਅਪ੍ਰੈਲ 1676 ਤੱਕ ਕਸ਼ਮੀਰ ਦਾ ਗਵਰਨਰ ਰਿਹਾ ਸੀ। ਮੁਆਸਰ ਆਲਮਗੀਰੀ ਅਨੁਸਾਰ ਇਹੋ ਸ਼ਖਸ ਹੀ ਇਸ ਦੌਰਾਨ ਕਸ਼ਮੀਰ ਦਾ ਗਵਰਨਰ ਰਿਹਾ ਸੀ, ਪਰ ਮੈਕਾਲਫ ਤੇ ਕਵੀ ਸੰਤੋਖ ਸਿੰਘ ਨੇ ਇਸ ਦਾ ਨਾਮ ਸ਼ੇਰ ਅਫਗਾਨ ਦੱਸਿਆ ਹੈ, ਜੋ ਦਰਅਸਲ ਇਫਤਿਖਾਰ ਖਾਂ ਦਾ ਖਿਤਾਬ ਸੀ, ਨਾਮ ਨਹੀਂ। ਇਫਤਿਖਾਰ ਖਾਂ ਇੱਕ ਬਹੁਤ ਹੀ ਜ਼ਾਲਮ ਤੇ ਨਿਰਦਈ ਸੁਭਾਅ ਦਾ ਮਾਲਕ ਸੀ। ਇਸ ਦੇ ਐਦ ਵਿੱਚ ਹਿੰਦੂਆਂ ਉੱਤੇ ਸਭ ਕਿਸਮਾਂ ਦੇ ਧੱਕੇ ਅਤੇ ਅਤਿਆਚਾਰ ਕੀਤੇ ਗਏ। ਕਸ਼ਮੀਰ ਪ੍ਰਾਂਤ ਵਿਦਵਾਨ ਬ੍ਰਾਹਮਣਾਂ ਦਾ ਗੜ੍ਹ ਸੀ, ਜੋ ਅਸਲ ਵਿੱਚ ਸਾਰੇ ਦੇਸ਼ ਦੇ ਹਿੰਦੂਆਂ ਦੇ ਆਗੂ ਬਣੇ ਪਏ ਸਨ। ਜ਼ਾਲਮ ਤੇ ਜਨੂਨੀ ਹਾਕਮ ਇਹ ਸਮਝਦਾ ਸੀ ਕਿ ਜੇ ਇਥੋਂ ਦੇ ਸਭ ਹਿੰਦੂਆਂ ਦਾ ਧਰਮ ਤਬਦੀਲ ਕਰਵਾ ਕੇ ਉਹਨਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਸਾਰੇ ਦੇਸ਼ ਅੰਦਰ ਇੱਕ ਮਾਤਰ ਇਸਲਾਮ ਦਾ ਝੰਡਾ ਝੁੱਲ ਸਕੇਗਾ। ਹਿੰਦੂਆਂ ਉੱਤੇ ਜਜ਼ੀਆ ਟੈਕਸ, ਵਾਧੂ ਦਾ ਵਿਕਰੀ ਟੈਕਸ, ਤੀਰਥ ਯਾਤਰਾ ਟੈਕਸ, ਧਾਰਮਿਕ ਮੇਲਾ ਟੈਕਸ ਆਦਿ ਲਗਾ ਕੇ ਮਾਲੀ ਬੋਝ ਪਾਇਆ ਗਿਆ, ਜਿਸ ਨਾਲ ਹਿੰਦੂਆਂ ਦੇ ਮਨਾਂ ਵਿੱਚ ਆਤਮਹੀਣਤਾ ਦੀ ਭਾਵਨਾ ਪੈਦਾ ਹੋਵੇ। ਸਰਕਾਰੀ ਨੌਕਰੀਆਂ ਤੋਂ ਹਿੰਦੂਆਂ ਨੂੰ ਹਟਾਇਆ ਗਿਆ ਅਤੇ ਅਜਿਹਾ ਪ੍ਰਬੰਧ ਕੀਤਾ ਗਿਆ ਕਿ ਅੱਗੇ ਤੋਂ ਸਿਰਫ ਮੁਸਲਮਾਨਾਂ ਨੂੰ ਹੀ ਸਰਕਾਰੀ ਮੁਲਾਜ਼ਮਤ ਮਿਲ ਸਕੇ। ਨਵੇਂ ਮੰਦਰ, ਸ਼ਿਵਾਲੇ ਤੇ ਹਿੰਦੂ ਵਿਦਿਆਲੇ ਖੋਲ੍ਹਣ ਦੀ ਹਕੂਮਤ ਵੱਲੋਂ ਇਜਾਜ਼ਤ ਹੀ ਨਹੀਂ ਸੀ। ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਉੱਤੇ ਵੀ ਰੋਕ ਲੱਗ ਜਾਣ ਕਾਰਨ ਕਈ ਹਿੰਦੂ ਮੰਦਰ ਤੇ ਵਿਦਿਆਲੇ ਬੰਦ ਹੋ ਜਾਣ ਦੇ ਰਾਹ ਪੈ ਗਏ ਸਨ। ਲੋਕਾਂ ਦੇ ਝਗੜਿਆਂ ਦਾ ਇਨਸਾਫ ਮੁਲਾਣਿਆਂ ਤੇ ਕਾਜ਼ੀਆਂ ਦੇ ਹੱਥ ਸੀ, ਜੋ ਰਜਵੇਂ ਫਿਰਕਾ ਪ੍ਰਸਤ ਸਨ। ਹਿੰਦੂਆਂ ਦੇ ਜਨੇਊ ਤੋੜੇ ਜਾਂਦੇ, ਟਿੱਕੇ ਚੱਟ ਦਿੱਤੇ ਜਾਂਦੇ, ਗਊ ਮਾਸ ਜਬਰਨ ਖਵਾ ਦਿੱਤਾ ਜਾਂਦਾ, ਉਹਨਾਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਆਬਰੂ ਲੁੱਟੀ ਜਾਂਦੀ ਅਤੇ ਇਸ ਤਰ੍ਹਾਂ ਕਰਕੇ ਉਹ ਹਿੰਦੂ ਸਮਾਜ ਵਿੱਚ ਵਾਪਸ ਜਾਣ ਜੋਗੇ ਨਾ ਰਹਿੰਦੇ ਤੇ ਹਿੰਦੂਆਂ ਦੇ ਆਪਣੇ ਵਹਿਮਾਂ ਭਰਮਾਂ ਅਤੇ ਕਮਜ਼ੋਰੀਆਂ ਕਾਰਨ ਅਜਿਹੇ ਮਜਲੂਮ ਹਿੰਦੂ ਇਸਲਾਮ ਵਿੱਚ ਸ਼ਾਮਲ ਹੋ ਜਾਣ ਲਈ ਮਜਬੂਰ ਹੋ ਜਾਂਦੇ। ਹਾਲਾਂਕਿ ਮਜਲੂਮ ਹਿੰਦੂਆਂ ਦੀ ਅਜਿਹੀ ਭ੍ਰਿਸ਼ਟਤਾ ਦਾ ਮੁੱਖ ਕਾਰਨ ਹਿੰਦੂ ਸਮਾਜ ਦੀ ਆਪਣੀ ਕਮਜ਼ੋਰੀ ਅਤੇ ਕਾਇਰਤਾ ਸੀ। ਕਸ਼ਮੀਰ ਵਿੱਚ ਇਸ ਅਤ ਕਰੜੇ ਅਤੇ ਜ਼ਾਲਮ ਸੂਬੇਦਾਰ ਕਾਰਨ ਹਿੰਦੂਆਂ ਦੀ ਇੱਕ ਬਹੁਤ ਤਗੜੀ ਬਹੁ ਗਿਣਤੀ ਧਰਮ ਤਬਦੀਲੀ ਕਰਨ ਤੇ ਮਜਬੂਰ ਹੋ ਗਈ। ਇਸ ਦਾ ਨਤੀਜਾ ਅੱਜ ਵੀ ਪ੍ਰਤੱਖ ਦੇਖਿਆ ਜਾ ਸਕਦਾ ਹੈ। ਅੱਜ ਵੀ ਕਸ਼ਮੀਰ ਘਾਟੀ ਵਿੱਚ ਮੁਸਲਮਾਨ ਭਰਪੂਰ ਗਿਣਤੀ ਵਿੱਚ ਹਨ, ਜੋ ਉਸ ਸਮੇਂ ਕੀਤੇ ਅਤਿਆਚਾਰਾਂ ਦੇ ਨਤੀਜੇ ਦੇ ਤੌਰ ਉੱਤੇ ਧਰਮ ਤਬਦੀਲ ਕਰਨ ਲਈ ਮਜਬੂਰ ਹੋਏ ਸਨ। ਕੇਵਲ ਟਾਵੇਂ-ਟਾਵੇਂ ਹਿੰਦੂ ਪਰਿਵਾਰ ਹੀ ਆਪਣੇ ਧਰਮ ਵਿੱਚ ਕਾਇਮ ਰਹਿ ਸਕੇ ਸਨ। ਉਹਨਾਂ ਉੱਤੇ ਹੱਦ ਦਰਜੇ ਦਾ ਧੱਕਾ ਅਤੇ ਜ਼ੁਲਮ ਜਾਰੀ ਸੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬੀ ਭਾਰਤ ਅਤੇ ਮਾਲਵੇ ਅਰ ਬਾਂਗਰ ਦੇ ਪ੍ਰਚਾਰ ਦੌਰਿਆਂ ਦੌਰਾਨ ਲੋਕਾਂ ਨੂੰ ਜੋ ਉਪਦੇਸ਼ ਦਿੱਤੇ ਸਨ, ਉਹਨਾਂ ਦਾ ਪ੍ਰਯੋਜਨ ਉਹਨਾਂ ਵਿੱਚੋਂ ਆਤਮਹੀਣਤਾ ਦੀ ਭਾਵਨਾ ਨੂੰ ਕੱਢ ਕੇ ਧਰਮ ਦੇ ਅਮਲੀ ਅਸੂਲਾਂ ਨੂੰ ਪਛਾਣਦਿਆਂ ਹੋਇਆਂ ਇੱਜ਼ਤ, ਅਣਖ ਅਤੇ ਗੈਰਤ ਭਰਪੂਰ ਜੀਵਨ ਜਿਉਣ ਦਾ ਜਜ਼ਬਾ ਪੈਦਾ ਕਰਨਾ ਹੀ ਸੀ। ਸਤਿਗੁਰਾਂ ਨੇ ਇਹਨਾਂ ਗੱਲਾਂ ਤੇ ਸਿਧਾਂਤਾਂ ਦਾ ਪ੍ਰਚਾਰ ਬਹੁਤ ਵੱਡੀ ਪੱਧਰ ਤੇ ਕੀਤਾ
ਕਿ ਮਨੁੱਖਾ ਜੀਵਨ ਬਹੁਤ ਕੀਮਤੀ ਹੈ, ਪਰ ਕੀਮਤੀ ਕੇਵਲ ਤਦ ਹੀ ਹੈ ਜੇ ਅਸੀਂ ਸੱਚੇ ਧਾਰਮਿਕ ਅਸੂਲਾਂ ਉੱਤੇ ਪਰਪੱਕ ਹੋਈਏ ਅਤੇ ਜੀਵਨ ਵਿੱਚ ਨਿਰਭਉ ਨਿਰੰਕਾਰ ਨਾਲ ਜੁੜ ਕੇ ਅਣਖ, ਇੱਜ਼ਤ ਤੇ ਗੈਰਤ ਵਿੱਚ ਵਿਚਰ ਰਹੇ ਹੋਈਏ। ਧਨ ਦੌਲਤ ਦੇ ਸੁੱਖਾਂ, ਐਸ਼ੋ ਇਸ਼ਰਤਾਂ, ਰਸਾਂ ਕਸਾਂ ਦੇ ਆਨੰਦਾਂ ਅਤੇ ਇੰਦਰੀਆਂ ਦੇ ਸਭ ਭੋਗਾਂ ਨੂੰ ਖਿਣ ਭੰਗਰ ਜਾਣੀਏ। ਸਤਿਗੁਰਾਂ ਨੇ ਇੱਕ ਵੱਡੇ ਗੁਰਮਤਿ ਸਿਧਾਂਤ ਨੂੰ ਲੋਕਾਂ ਦੇ ਮਨਾਂ ਵਿੱਚ ਬਿਠਾਉਣ ਦਾ ਸਾਰਥਕ ਅਤੇ ਸਫਲ ਉਪਰਾਲਾ ਕੀਤਾ ਕਿ ਸਹੀ ਆਦਰਸ਼ ਮਨੁੱਖ ਨਾ ਤਾਂ ਦੂਜਿਆਂ ਨੂੰ ਆਪਣੀ ਤਾਕਤ ਅਤੇ ਪ੍ਰਾਪਤੀਆਂ ਨਾਲ ਡਰਾਵੇ ਦਿੰਦਾ ਹੈ ਤੇ ਨਾ ਹੀ ਕਿਸੇ ਦੇ ਡਰ, ਧੌਂਸ, ਧੱਕੇ ਨੂੰ ਹੀ ਮੰਨਦਾ ਹੈ, ਬਲਕਿ ਉਹ ਚੰਗੇ ਸਦਾਚਾਰੀ ਜੀਵਨ ਦਾ ਧਾਰਨੀ ਰਹਿ ਕੇ ਕੇਵਲ ਇੱਕ ਸਰਬ ਸ਼ਕਤੀਮਾਨ ਅਕਾਲ ਪੁਰਖ ਦੀ ਟੇਕ ਰੱਖ ਕੇ ਦੁਰਾਚਾਰੀ ਜ਼ਾਲਮ ਨਾਲ ਭਰਪੂਰ ਟਾਕਰਾ ਕਰਦਾ ਹੈ। ਭਾਵੇਂ ਐਸਾ ਕਰਨ ਸਮੇਂ ਸੱਚ ਧਰਮ ਖਾਤਰ ਲੜਦਿਆਂ ਪੁਰਜਾ ਕੱਟ ਕੇ ਮਰਨਾ ਹੀ ਕਿਉਂ ਨਾ ਪੈ ਜਾਵੇ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਸ਼ਲੋਕ ਮਹੱਲਾ ਨਾਮਾ ਪੰਨਾ 1427। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਰਾਗ ਮਾਰੂ ਬਾਣੀ ਕਬੀਰ ਜੀਓ ਕੀ ਪੰਨਾ 1105। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ਸਮੇਂ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਕਸ਼ਮੀਰ ਦੇ ਪੰਡਤ ਬ੍ਰਹਮਦਾਸ ਨੂੰ ਸਮਝਾਇਆ ਸੀ ਕਿ ਉਹ ਆਪਣੇ ਕਿਤਾਬੀ ਗਿਆਨ ਦੇ ਹੰਕਾਰ ਨੂੰ ਛੱਡ ਕੇ ਸੱਚੇ ਅਮਲੀ ਧਰਮ ਦਾ ਧਾਰਨੀ ਬਣੇ। ਨਾਰਾਇਣ ਦਾਸ ਇਸ ਪੰਡਤ ਦਾ ਪੁੱਤਰ ਅਤੇ ਅੜੂ ਰਾਮ ਪੋਤਾ ਹੋਇਆ ਸੀ। ਇਤਿਹਾਸ ਦੱਸਦਾ ਹੈ ਕਿ ਅੜੂ ਰਾਮ ਦੇ ਘਰ ਪੰਡਤ ਕਿਰਪਾ ਰਾਮ ਦੱਤ ਨੇ ਜਨਮ ਲਿਆ, ਜੋ ਆਪਣੇ ਸਮੇਂ ਦਾ ਸਿਰ ਕੱਢ ਪੰਡਤ ਤੇ ਵਿਦਵਾਨ ਸੀ। ਮਟਨ ਨਗਰ ਦਾ ਇਹ ਕਸ਼ਮੀਰੀ ਪੰਡਤ ਭਾਰਤ ਦੇ ਕਈ ਇਲਾਕਿਆਂ ਵਿੱਚ ਵਿਚਰਨ ਵਾਲੀ ਹਸਤੀ ਸੀ। ਇਹ ਕਈ ਮੌਕਿਆਂ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਆਉਂਦਾ ਰਿਹਾ ਸੀ। ਚੌਪਾ ਸਿੰਘ ਅਨੁਸਾਰ ਕਿਰਪਾ ਰਾਮ ਪਟਨੇ ਵਿੱਚ ਕੁਝ ਮਹੀਨਿਆਂ ਲਈ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦਾ ਅਧਿਆਪਕ ਵੀ ਰਿਹਾ ਸੀ। ਭੱਟ ਵਈਆਂ ਅਤੇ ਕੇਸਰ ਸਿੰਘ ਛਿੱਬਰ ਦੀਆਂ ਲਿਖਤਾਂ ਤੋਂ ਪਤਾ ਚੱਲਦਾ ਹੈ ਕਿ ਇਸ ਕਿਰਪਾ ਰਾਮ ਨੇ ਦਸ਼ਮੇਸ਼ ਪਿਤਾ ਦੇ ਸਮੇਂ ਖੰਡੇ ਬਾਟੇ ਦੀ ਪਹੁਲ ਛਕ ਕੇ ਸਿੱਖੀ ਵਿੱਚ ਸ਼ਮੂਲੀਅਤ ਕਰ ਲਈ ਸੀ। ਇਸ ਨੇ ਚਮਕੌਰ ਦੀ ਜੰਗ ਵਿੱਚ ਕਿਰਪਾ ਸਿੰਘ ਦੇ ਰੂਪ ਵਿੱਚ ਮੁਗਲ ਫੌਜਾਂ ਅਤੇ ਪਹਾੜੀਆਂ ਨਾਲ ਲੜਦਿਆਂ ਸ਼ਹਾਦਤ ਵੀ ਪ੍ਰਾਪਤ ਕੀਤੀ ਸੀ। ਕਸ਼ਮੀਰ ਦੇ ਸੂਬੇਦਾਰ ਇਫਤਿਖਾਰ ਖਾਂ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਤੋਂ ਹਿੰਦੂ ਕੌਮ ਦੇ ਬਚਣ ਦਾ ਕੋਈ ਢੰਗ ਉਪਰਾਲਾ ਹੱਥ ਨਾ ਆਉਣ ਦੀ ਸੂਰਤ ਵਿੱਚ ਪੰਡਤ ਕਿਰਪਾ ਰਾਮ ਨੇ ਕੁਰੂਕਸ਼ੇਤਰ, ਮਥੁਰਾ, ਹਰਿਦੁਆਰ ਆਦਿਕ 16 ਪ੍ਰਮੁੱਖ ਨਗਰਾਂ ਦੇ ਪ੍ਰਮੁੱਖ ਪੰਡਤਾਂ ਦਾ ਇੱਕ ਵਫਦ ਬਣਾਇਆ ਅਤੇ 25 ਮਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਆਨੰਦਪੁਰ ਸਾਹਿਬ ਆ ਹਾਜ਼ਰ ਹੋਇਆ। ਇਹ ਇਤਿਹਾਸਕ ਅਸਥਾਨ ਜਿੱਥੇ ਪੰਡਤ ਕਿਰਪਾ ਰਾਮ ਦੱਤ 16 ਪੰਡਤਾਂ ਦੀ ਟੋਲੀ ਸਮੇਤ ਗੁਰੂ ਦਰਬਾਰ ਵਿਖੇ ਜਾਚਨਾ ਕਰਨ ਆਇਆ ਸੀ, ਅੱਜ ਵੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਭੋਰਾ ਸਾਹਿਬ ਦੀ ਬਾਹਰਲੀ ਚਾਰ ਦੀਵਾਰੀ ਦੇ ਅੰਦਰ ਪੈਂਦੇ ਮੈਦਾਨ ਵਿੱਚ ਉਗੜਵੇਂ ਰੂਪ ਵਿੱਚ ਮੌਜੂਦ ਹੈ। ਔਰ ਪਿਛਲੀ ਸਦੀ ਦੇ ਅੰਤਮ ਦਹਾਕਿਆਂ ਦੇ ਕੁਝ ਕਸ਼ਮੀਰੀ ਪੰਡਤਾਂ ਨੇ ਖੁਦ ਇਸ ਅਸਥਾਨ ਤੇ ਪੁੱਜ ਕੇ ਇਸ ਘਟਨਾ ਦੀ ਤਸਦੀਕ ਦੇ ਤੌਰ ਤੇ ਇੱਕ ਨਵਾਂ ਸ਼ਿਲਾਲੇਖ ਵੀ ਸਥਾਪਿਤ ਕਰ ਦਿੱਤਾ ਹੈ। ਪੰਡਤ ਕਿਰਪਾ ਰਾਮ ਤੇ ਉਸ ਦੇ ਵਫਦ ਦੇ ਪੰਡਤ ਬੜੇ ਵਿਦਵਾਨ ਸੱਜਣ ਸਨ। ਮੁਲਕ ਦੇ ਰਾਜਸੀ ਹਾਲਾਤ ਤੋਂ ਔਰ ਹਿੰਦੂ ਸਮਾਜ ਦੀਆਂ ਮੂਲਕ ਕਮਜ਼ੋਰੀਆਂ ਤੋਂ ਭਲੀ ਭਾਂਤ ਵਾਕਿਫ ਸਨ। ਉਹਨਾਂ ਨੂੰ ਸਾਫ਼ ਦਿਸ ਰਿਹਾ ਸੀ ਕਿ ਜ਼ਾਲਮ ਅਤਿਆਚਾਰੀ ਮੁਗਲ ਹਾਕਮਾਂ ਵੱਲੋਂ ਢਾਹੇ ਜਾਣ ਵਾਲੇ ਅਤਿਆਚਾਰਾਂ ਤੋਂ ਹਿੰਦੂ ਸਮਾਜ ਨੂੰ ਰਾਜਪੂਤਾਂ, ਮਰਹਟਿਆਂ ਆਦਿਕਾਂ ਵਿੱਚੋਂ ਕੋਈ ਬਚਾ ਨਹੀਂ ਸਕਦਾ ਅਤੇ ਨਾ ਹੀ ਹਕੂਮਤ ਨਾਲ ਟੱਕਰ ਲੈਣ ਦਾ ਉਹਨਾਂ ਵਿੱਚ ਬਲ ਹੀ ਨਜ਼ਰ ਆਉਂਦਾ ਸੀ। ਪੰਡਤ ਕਿਰਪਾ ਰਾਮ ਜਾਤੀ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਖਸੀਅਤ ਦੀ ਧਾਰਮਿਕ ਮਜ਼ਬੂਤੀ, ਦ੍ਰਿੜਤਾ ਤੇ ਦਲੇਰੀ ਤੋਂ ਭਲੀ ਭਾਂਤ ਵਾਕਿਫ ਸੀ। ਉਹ ਸਤਿਗੁਰਾਂ ਦੇ ਇਸ ਮਹਾਨ ਕੌਲ ਦਾ ਜਾਣੂ ਸੀ ਕਿ ਨਿਤਾਣਿਆਂ, ਨਿਆਸਰਿਆਂ ਦੀ ਪੂਰਨ ਦਲੇਰੀ ਦਾ ਬਾਂਹ ਫੜ ਕੇ ਕਦੀ ਵੀ ਨਾ ਛੱਡਣੀ, ਸੱਚ ਧਰਮ ਲਈ ਡਟ ਕੇ ਜੱਦੋ ਜਹਿਦ ਕਰਨਾ ਅਤੇ ਪੁਰਜਾ ਕੱਟ ਕੇ ਸ਼ਹਾਦਤ ਤੱਕ ਦਾ ਜਾਮ ਪੀਣ ਲਈ ਤਿਆਰ ਰਹਿਣਾ ਉੱਚ ਸਿੱਖੀ ਜੀਵਨ ਦਾ ਮੁੱਖ ਲੱਛਣ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ ਸਜਿਆ ਹੋਇਆ ਸੀ
ਜਦ ਕਿਰਪਾ ਰਾਮ ਦੇ ਸਾਥੀ ਪੰਡਤਾਂ ਨੇ ਹਾਕਮਾਂ ਵੱਲੋਂ ਢਾਏ ਜਾ ਰਹੇ ਇੰਤਹਾ ਦਰਜੇ ਦੇ ਜ਼ੁਲਮਾਂ ਦੀ ਦਰਦਨਾਕ ਵਿਥਿਆ ਸੁਣਾਈ। ਹਕੂਮਤ ਵੱਲੋਂ ਜਬਰੀ ਮੁਸਲਮਾਨ ਬਣਾਉਣ ਅਤੇ ਇਸਲਾਮ ਨਾ ਕਬੂਲਣ ਦੀ ਸੂਰਤ ਵਿੱਚ ਕੀਤੇ ਜਾ ਰਹੇ ਜ਼ੁਲਮ ਅਤੇ ਕਤਲੇਆਮ ਨੂੰ ਵਿਸਥਾਰ ਨਾਲ ਦੱਸਿਆ। ਇਸ ਸਭ ਕਾਸੇ ਨੂੰ ਸੁਣ ਕੇ ਸਿੱਖ ਸੰਗਤਾਂ ਆਮ ਕਰਕੇ ਅਤੇ ਮੁਖੀ ਸਿੱਖ ਖਾਸ ਕਰਕੇ ਬਹੁਤ ਹੀ ਵਿਆਕੁਲ ਅਤੇ ਚਿੰਤਾਗ੍ਰਸਤ ਹੋਏ। ਗੁਰੂ ਸਾਹਿਬ ਤਾਂ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਦਿੱਲੀ ਦੇ ਮੁਗਲ ਬਾਦਸ਼ਾਹ ਨੇ ਕਿਵੇਂ ਭਾਰਤ ਦੇ ਅੱਡ-ਅੱਡ ਸੂਬਿਆਂ ਵਿੱਚ ਜਬਰੀ ਧਰਮ ਤਬਦੀਲੀ ਦੀ ਲਹਿਰ ਚਲਾ ਕੇ ਜ਼ੁਲਮਾਂ ਤੇ ਅਤਿਆਚਾਰਾਂ ਦੀ ਹਨੇਰੀ ਚਲਾ ਰੱਖੀ ਹੈ। ਸਿੱਖ ਇਤਿਹਾਸ ਦੱਸਦਾ ਹੈ ਕਿ ਸਾਹਿਬਜ਼ਾਦਾ ਗੋਬਿੰਦ ਰਾਏ, ਜੋ ਅਜੇ ਸਿਰਫ ਕੇਵਲ 14 ਕੁ ਸਾਲਾਂ ਦੇ ਹੀ ਸਨ, ਬਾਹਰੋਂ ਆ ਕੇ ਗੁਰੂ ਦਰਬਾਰ ਅੰਦਰ ਦਾਖਲ ਹੋਏ। ਉਹਨਾਂ ਨੂੰ ਪੰਡਤਾਂ ਅਤੇ ਸਾਰੇ ਹਿੰਦੂ ਸਮਾਜ ਦੀ ਦਰਦ ਭਰੀ ਵਿਥਿਆ ਦਾ ਪਤਾ ਚੱਲਿਆ। ਆਪ ਨੇ ਗੁਰੂ ਪਿਤਾ ਨੂੰ ਗੰਭੀਰਤਾ ਪੂਰਵਕ ਸਵਾਲ ਕੀਤਾ ਕਿ ਇਹਨਾਂ ਦੁਖਿਆਰਿਆਂ ਦਾ ਤੁਸੀਂ ਕੀ ਕੀਤਾ ਹੈ ਜਾਂ ਇਹਨਾਂ ਦੀ ਮਦਦ ਲਈ ਕੀ ਕੀਤਾ ਜਾ ਸਕਦਾ ਹੈ, ਔਰ ਆਪ ਜੀ ਹੁਣ ਇਹਨਾਂ ਲਈ ਅਮਲੀ ਤੌਰ ਤੇ ਕੀ ਕਰ ਰਹੇ ਹੋ। ਗੁਰੂ ਤੇਗ ਬਹਾਦਰ ਜੀ ਨੇ ਸਾਰੀ ਸੰਗਤ ਵਿੱਚ ਸਾਹਿਬਜ਼ਾਦਾ ਗੋਬਿੰਦ ਰਾਏ ਨੂੰ ਜਵਾਬ ਦਿੱਤਾ ਕਿ ਸਾਰੀ ਹਿੰਦੂ ਜਾਤੀ ਔਰ ਇਹਨਾਂ ਦੁਖਿਆਰਿਆਂ ਦਾ ਬਚਾਅ ਕੇਵਲ ਉਸ ਹਾਲਤ ਵਿੱਚ ਹੋ ਸਕਦਾ ਹੈ ਜੇ ਧਰਮ ਪ੍ਰਸਤ ਤੇ ਰੱਬ ਪ੍ਰਸਤ ਪੁਰਖ ਜ਼ਬਰਦਸਤ ਜੱਦੋ-ਜਹਿਦ ਕਰਨ ਅਤੇ ਇਸ ਜੱਦੋ-ਜਹਿਦ ਲਈ ਪੁੱਜੇ ਹੋਏ ਪੂਰਨ ਪੁਰਖ ਤੇ ਪਵਿੱਤਰ ਆਤਮਾਵਾਂ ਆਪਣੀਆਂ ਕੁਰਬਾਨੀਆਂ ਦੇਣ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਨੇ ਇੱਕਦਮ ਜਵਾਬ ਦਿੱਤਾ ਕਿ ਆਪ ਤੋਂ ਵੱਡਾ ਹੋਰ ਕਿਹੜਾ ਪੂਰਨ ਤੇ ਪਵਿੱਤਰ ਜੀਵਨ ਵਾਲਾ ਅਤੇ ਪੁੱਜਿਆ ਪੁਰਖ ਹੋ ਸਕਦਾ ਹੈ। ਇਹ ਬਚਨ ਸੁਣ ਕੇ ਗੁਰੂ ਪਰਿਵਾਰ ਦੇ ਅਨੇਕਾਂ ਹਿੱਤੂ ਸ਼ਰਧਾਵਾਨ ਸਿੱਖ ਅਤੇ ਵਡੇਰੀ ਉਮਰ ਦੇ ਮਸੰਦ ਸਿੱਖ ਪ੍ਰਚਾਰਕ ਠਠੰਬਰ ਜੇ ਗਏ। ਕੁਝ ਸਿਆਣੇ ਪੁਰਖ ਸਾਹਿਬਜ਼ਾਦਾ ਸਾਹਿਬ ਨੂੰ ਇੱਕਦਮ ਪੁੱਛਣ ਲੱਗੇ ਕਿ ਕੀ ਉਹ ਆਪਣੀ ਕਹੀ ਗਈ ਗੱਲ ਦਾ ਅਰਥ ਸਮਝਦੇ ਹਨ। ਜੇ ਆਪਦੇ ਗੁਰੂ ਪਿਤਾ ਜੀ ਕੁਰਬਾਨੀ ਦੇ ਦੇਣ ਤਾਂ ਇਸ ਦਾ ਭਾਵ ਹੈ ਕਿ ਤੁਸੀਂ ਯਤੀਮ ਹੋ ਜਾਵੋਗੇ ਅਤੇ ਅਜੇ ਤੁਹਾਡਾ ਬਚਪਨ ਹੀ ਚੱਲ ਰਿਹਾ ਹੈ ਅਤੇ ਤੁਹਾਡੀ ਉਮਰ ਹੀ ਕੀ ਹੈ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਨੇ ਸੂਰਬੀਰਤਾ ਤੇ ਸਾਹਸ ਭਰਿਆ ਜੋ ਉੱਤਰ ਦਿੱਤਾ, ਉਸ ਨੂੰ ਸਮਕਾਲੀ ਕਵੀ ਨੇ ਇਉਂ ਬਿਆਨ ਕੀਤਾ ਹੈ। ਅਬ ਹੁਤੇ ਉਦਰ ਮੇ ਮਾਤ ਕੇ ਕਰੇ ਰਖਵਾਰੀ ਜੋਏ, ਅਬ ਤੋਂ ਭਏ ਕਈ ਸਾਲ ਕੇ ਕਿਉਂ ਨਾ ਸਹਾਈ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਨੂੰ ਸ਼ਾਬਾਸ਼ੀ ਹੀ ਨਹੀਂ ਦਿੱਤੀ, ਬਲਕਿ ਸਿੱਖ ਸੰਗਤਾਂ ਨੂੰ ਗੁਰਗੱਦੀ ਦੇ ਹੋਣ ਵਾਲੇ ਵਾਰਸ ਦੇ ਧੀਰਜ, ਹੌਸਲੇ ਅਤੇ ਕੁਰਬਾਨੀ ਦੇ ਜਜ਼ਬੇ ਦੇ ਦੀਦਾਰ ਵੀ ਕਰਵਾ ਦਿੱਤੇ ਸਨ। ਸਤਿਗੁਰਾਂ ਨੇ ਤਤਕਾਲ ਕਿਰਪਾ ਰਾਮ ਤੇ ਹੋਰ ਬ੍ਰਾਹਮਣਾਂ ਨੂੰ ਕਹਿ ਦਿੱਤਾ ਕਿ ਉਹ ਬਾਦਸ਼ਾਹ ਤੱਕ ਇਹ ਗੱਲ ਪਹੁੰਚਾ ਦੇਣ ਕਿ ਸਾਰੀ ਹਿੰਦੂ ਕੌਮ ਅਤੇ ਸਭ ਕਸ਼ਮੀਰੀ ਪੰਡਤ ਆਪਣਾ ਧਰਮ ਛੱਡ ਕੇ ਮੁਸਲਮਾਨ ਬਣਨ ਲਈ ਆਪ ਹੀ ਤਿਆਰ ਹੋ ਜਾਣਗੇ ਜੇ ਉਹ ਕੇਵਲ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਵਿੱਚ ਦਾਖਲ ਹੋਣ ਲਈ ਮਨਾ ਲੈਣ। ਸਭ ਪੰਡਤਾਂ ਨੂੰ ਸਤਿਗੁਰਾਂ ਦੀ ਹਿਮਾਲਿਆ ਪਹਾੜ ਸਮਾਨ ਦ੍ਰਿੜ, ਮਜ਼ਬੂਤ, ਅਡੋਲ ਅਤੇ ਅਡਿੱਗ ਸ਼ਖਸੀਅਤ ਦਾ ਆਭਾਸ ਹੋ ਚੁੱਕਾ ਸੀ ਅਤੇ ਉਹਨਾਂ ਨੂੰ ਪੂਰਨ ਭਰੋਸਾ ਹੋ ਚੁੱਕਾ ਸੀ ਕਿ ਜੇ ਸਤਿਗੁਰ ਉਹਨਾਂ ਦੇ ਧਰਮ ਦੀ ਰੱਖਿਆ ਲਈ ਹਕੂਮਤ ਨਾਲ ਟੱਕਰ ਲੈਂਦਿਆਂ ਕੁਰਬਾਨੀ ਦੇਣਗੇ ਤਾਂ ਜ਼ਾਲਮ ਔਰੰਗਜ਼ੇਬੀ ਹਕੂਮਤ ਇਸ ਮਸਲੇ ਵਿੱਚ ਐਸੀ ਉਲਝ ਜਾਵੇਗੀ ਕਿ ਆਪਣਾ ਸਰਬਨਾਸ਼ ਕਰਵਾਏ ਬਿਨਾਂ ਇਸ ਚੱਕਰਵਿਊਹ ਵਿੱਚੋਂ ਨਿਕਲ ਨਹੀਂ ਸਕੇਗੀ। ਕੇਵਲ ਕੁਝ ਕੁ ਸਾਲਾਂ ਦੀ ਭਖਵੀਂ ਸਿੱਖ ਜੱਦੋ-ਜਹਿਦ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਤੋਂ ਅਮੁੱਕ ਅਤੇ ਬੇਬਹਾ ਤਾਕਤ ਹਾਸਲ ਕਰਕੇ ਮੁਗਲਿਆ ਸਲਤਨਤ ਨੂੰ ਭਾਰਤ ਦੀ ਧਰਤੀ ਤੋਂ ਨੇਸ ਤੋਂ ਨਬੂਦ ਕਰਕੇ ਰੱਖ ਦਿੱਤਾ, ਜਿਸ ਨੂੰ ਸਨ 1675 ਵਿੱਚ ਜਾਂ ਇਸ ਦੇ ਆਸ-ਪਾਸ ਭਾਰਤ ਦੇ ਕਿਸੇ ਵੀ ਵਸਨੀਕ ਵੱਲੋਂ ਤਬਾਹ ਕਰਨਾ ਤਾਂ ਕਿਤੇ ਰਿਹਾ, ਸੁਪਨੇ ਵਿੱਚ ਵੀ ਜਿਸ ਦੀ ਤਬਾਹੀ ਦੇਖਣ ਦੀ ਕੋਈ ਵੀ ਸੋਚ ਨਹੀਂ ਸੀ ਸਕਦਾ। ਪੰਡਤ ਆਪਣੇ ਬਚਾਅ ਲਈ ਪ੍ਰਤੱਖ ਉਪਾਅ ਨਿਕਲਿਆ ਜਾਣ ਕੇ ਦਿੱਲੀ ਦੇ ਰਾਹੇ ਪੈ ਗਏ। ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।